ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸਰਵਨ ਕੀਤਾ ਹੈ। ਕੀਰਤਨ ਰੂਪ ਵਿੱਚ ਵੱਡੇ ਕੀਆਂ ਵਡਿਆਈਆਂ ਸਰਵਨ ਕੀਤੀਆਂ ਹਨ। ਆਓ ਹੁਣ ਉਸੇ ਹੀ ਵੱਡੇ ਦੀਆਂ ਵਡਿਆਈਆਂ ਗੁਰਬਾਣੀ ਜਾਂ ਸ਼ਬਦ ਵਿਚਾਰ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ। ਅੱਜ ਜੋ ਆਪਾਂ ਸ਼ਬਦ ਸਮਝਣਾ ਹੈ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਿਆ ਹੋਇਆ, ਜਿਸ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚੋਂ ਪਹਿਲੀ ਪੰਕਤੀ ਏ, ਸਾਧੋ ਰਾਮ ਸ਼ਰਨ ਬਿਸਰਾਮਾ। ਬਿਸਰਾਮ ਸ਼ਬਦ ਤੇ ਆਪਾਂ ਸਮਝਦੇ ਹੀ ਹਾਂ, ਜਿਸ ਦਾ ਮਤਲਬ ਹੈ ਆਰਾਮ ਹੋ ਜਾਣਾ, ਆਰਾਮ ਨਾਲ ਕਿਤੇ ਟਿਕ ਜਾਣਾ, ਆਰਾਮ ਨਾਲ ਬੈਠਣਾ। ਹੇ ਸਾਧੂ ਜਨੋ, ਜਿਹੜਾ ਪੂਰਨ ਤੌਰ ਤੇ ਕਿਸੇ ਮਨੁੱਖ ਨੂੰ ਆਰਾਮ ਮਿਲਦਾ ਹੈ, ਸੁੱਖ ਮਿਲਦਾ ਹੈ, ਚੈਨ ਮਿਲਦਾ ਹੈ, ਟਿਕਾ ਮਿਲਦਾ ਹੈ, ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਸ਼ਰਨ ਵਿੱਚ ਆਇਆਂ ਹੀ ਮਿਲਦਾ ਹੈ। ਬਾਹਰ ਦੁਨੀਆ ਵਿੱਚ ਅਸੀਂ ਜਿੰਨਾ ਮਰਜ਼ੀ ਦੌੜ ਭੱਜ ਕਰੀਏ, ਧਨ ਪਦਾਰਥ ਕਮਾ ਲਈਏ, ਦੁਨਿਆਵੀ ਸਾਰੇ ਸੁੱਖ ਇਕੱਠੇ ਕਰ ਲਈਏ, ਉਹਨਾਂ ਵਿੱਚੋਂ ਵੀ ਆਰਾਮ ਤੇ ਮਿਲਦਾ ਹੈ, ਸੁੱਖ ਤੇ ਮਿਲਦਾ ਹੈ, ਪਰ ਉਸ ਸੁੱਖ ਵਿੱਚੋਂ ਹੀ ਕਦੀ ਦੁੱਖ ਪੈਦਾ ਹੋ ਜਾਂਦਾ ਹੈ। ਇਹ ਜਿਹੜਾ ਦੁਨਿਆਵੀ ਸੁੱਖ ਹੈ, ਇਹ ਪਤਾ ਨਹੀਂ ਲੱਗਣ ਦਿੰਦਾ ਉਹ ਸੁੱਖ ਹੀ ਕਦੋਂ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਲੇਕਿਨ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚੋਂ ਸੁੱਖ ਮਿਲਦਾ ਹੈ, ਉਹ ਕਦੇ ਦੁੱਖ ਵਿੱਚ ਬਦਲਦਾ ਨਹੀਂ, ਉਹ ਹਮੇਸ਼ਾ ਸੁੱਖ ਹੀ ਰਹਿੰਦਾ ਹੈ। ਸੋ ਇਸ ਸ਼ਬਦ ਦੀ ਅੱਜ ਆਪਾਂ ਵਿਚਾਰ ਸਾਂਝੀ ਕਰਨੀ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇੱਕ ਬਚਨ ਸਾਂਝਾ ਕਰਨਾ ਚਾਹਾਂਗਾ, ਜੋ ਬੀਤੇ 2-3 ਦਿਨ ਪਹਿਲਾਂ ਹੀ ਆਪਣੀ ਸੰਗਤ ਵਿੱਚੋਂ ਹੀ ਇੱਕ ਮੈਂਬਰ ਦੀ ਕਾਲ ਆਈ ਸੀ, ਜਿਹਦੇ ਵਿੱਚ ਉਹਨਾਂ ਨੇ 1-2 ਬਚਨ ਕੀਤੇ ਨੇ ਤੇ ਉਹ ਮੇਰਾ ਮਨ ਹੈ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਜਾਣ। 2 ਬਚਨ ਨੇ। ਉਹਨਾਂ ਦਾ ਪਹਿਲਾ ਬਚਨ ਸੀ ਕਿ ਸਾਡੇ ਮਹਾਂਪੁਰਸ਼ ਇਹ ਗੱਲ ਆਖਦੇ ਨੇ ਕਿ ਜਦੋਂ ਮਨੁੱਖ ਦੀ ਬਿਰਤੀ ਸਿਮਰਨ ਕਰਦਿਆਂ ਕਰਦਿਆਂ ਬ੍ਰਹਮ ਲੋਕ ਤੋਂ ਅੱਗੇ ਚਲੀ ਜਾਂਦੀ ਏ ਤੇ ਉੱਥੇ ਪਰਮਾਤਮਾ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ। ਜਿਹੜਾ ਉਹ ਪ੍ਰਕਾਸ਼ ਏ, ਉਹ 16 ਸੂਰਜਾਂ ਦੇ ਪ੍ਰਕਾਸ਼ ਦੇ ਬਰਾਬਰ ਏ। ਇਹ ਉਹਨਾਂ ਦਾ ਪਹਿਲਾ ਬਚਨ ਹੈ। 16 ਸੂਰਜਾਂ ਦੇ ਪ੍ਰਕਾਸ਼ ਦੇ ਬਰਾਬਰ ਉਹ ਪ੍ਰਕਾਸ਼ ਹੈ, ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਹੈ। ਤੇ ਉਹ ਮੈਨੂੰ ਪੁੱਛਣ ਲੱਗੇ ਕੀ ਇਹ ਗੱਲ ਠੀਕ ਹੈ। ਮੈਂ ਉਹਨਾਂ ਨੂੰ ਆਖਿਆ, ਭਈ ਵੀਰ, ਨਾ ਤੇ ਮੇਰੀ ਸੁਰਤੀ ਅਜੇ ਬ੍ਰਹਮ ਲੋਕ ਤੱਕ ਪਹੁੰਚੀ ਏ ਤੇ ਨਾ ਹੀ ਬ੍ਰਹਮ ਲੋਕ ਤੋਂ ਅੱਗੇ ਪਹੁੰਚੀ ਏ, ਤੇ ਨਾ ਹੀ ਮੈਨੂੰ ਉਸ ਪ੍ਰਕਾਸ਼ ਦਾ ਪਤਾ ਹੈ ਕਿ ਉਹ 16 ਸੂਰਜਾਂ ਜਿੰਨਾ ਕਿ ਘੱਟ ਵੱਧ ਏ। ਦੂਸਰੀ ਗੱਲ,
ਕਿ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਕਾਸ਼ ਨੂੰ ਉਹਦੀ ਸੀਮਾ ਨਿਯਤ ਕਰ ਦਿੱਤੀ ਏ ਕਿ ਉਹ ਕੇਵਲ 16 ਸੂਰਜਾਂ ਦੇ ਪ੍ਰਕਾਸ਼ ਜਿੰਨਾ ਹੀ ਪ੍ਰਕਾਸ਼ ਏ। ਪਰਮਾਤਮਾ ਅਸੀਮ ਹੈ, ਉਸ ਦੀ ਕੋਈ ਸੀਮਾ ਨਿਯਤ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੇ ਬਾਰੇ ਜੀ 3 ਚੀਜ਼ਾਂ ਹੁੰਦੀਆਂ ਨੇ। ਇੱਕ ਪਰਮਾਤਮਾ, ਇੱਕ ਉਸ ਦਾ ਨਾਂ ਜਿਹਨੂੰ ਆਪਾਂ ਨਾਮ ਆਖਦੇ ਹਾਂ। ਇਹ ਦੋਵੇਂ ਚੀਜ਼ਾਂ ਇੱਕੋ ਹੀ ਹਨ, ਇਹਨਾਂ ਵਿੱਚ ਕੋਈ ਫਰਕ ਨਹੀਂ, ਲੇਕਿਨ ਆਖਣ ਵਿੱਚ ਥੋੜਾ ਫਰਕ ਰਹਿੰਦਾ ਹੈ। ਪਰਮਾਤਮਾ ਅਤੇ ਉਸ ਦਾ ਨਾਮ। ਤੇ ਤੀਸਰੀ ਚੀਜ਼ ਹੁੰਦੀ ਹੈ ਪਰਮਾਤਮਾ ਦੀ ਇਹ ਬਣਾਈ ਹੋਈ ਕੁਦਰਤ। ਇਹ ਜਿਹੜੀਆਂ 3 ਚੀਜ਼ਾਂ ਨੇ, ਇਹਨਾਂ ਤਿੰਨਾਂ ਚੀਜ਼ਾਂ ਦੀ ਹੀ ਕੋਈ ਸੀਮਾ ਨਹੀਂ। ਇਹ ਤਿੰਨੇ ਚੀਜ਼ਾਂ ਅਸੀਮ ਹਨ। ਪਰਮਾਤਮਾ ਦੀ ਵੀ ਕੋਈ ਹੱਦ ਨਹੀਂ, ਉਹਦੇ ਨਾਮ ਦੀ ਵੀ ਕੋਈ ਹੱਦ ਨਹੀਂ, ਤੇ ਉਹਦੀ ਬਣਾਈ ਹੋਈ ਇਸ ਰਚਨਾ ਦੀ ਵੀ ਕੋਈ ਸੀਮਾ ਨਿਯਤ ਨਹੀਂ ਕੀਤੀ ਜਾ ਸਕਦੀ। ਇਸ ਬਿਨਾਂ ਤੇ ਜੇ ਆਪਾਂ ਵੇਖੀਏ ਤੇ ਪਰਮਾਤਮਾ ਦਾ ਜੋ ਪ੍ਰਕਾਸ਼ ਏ, ਜਿਵੇਂ ਉਹ ਕਹਿ ਰਹੇ ਨੇ, ਉਸ ਦੀ ਵੀ ਸੀਮਾ ਨਿਯਤ ਨਹੀਂ ਕੀਤੀ ਜਾ ਸਕੇਗੀ। ਜੇ ਕੋਈ ਸੀਮਾ ਨਿਯਤ ਕਰਦਾ ਹੈ ਤੇ ਇਹਦਾ ਮਤਲਬ ਇਹ ਹੋ ਜਾਂਦਾ ਕਿ ਉਸਨੇ ਪਰਮਾਤਮਾ ਦਾ ਅੰਤ ਜਾਂ ਅਖੀਰ ਲੱਭ ਲਿਆ ਹੈ। ਸੋ ਇੱਕ ਤੇ ਉਹਨਾਂ ਦਾ ਇਹ ਸੀ ਬਚਨ ਕਿ ਕੀ ਇਹ ਠੀਕ ਹੈ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਦੇਖੋ ਆਪਣੀ ਮਰਜ਼ੀ ਨਾਲ ਕੋਈ ਗੱਲ ਨਹੀਂ ਕਹਿ ਪਾਵਾਂਗਾ, ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਲੇਕਿਨ ਮੈਂ ਤੁਹਾਨੂੰ ਗੁਰਬਾਣੀ ਦੇ ਆਧਾਰ ਤੇ ਕੁਝ ਗੱਲਬਾਤ ਤੁਹਾਡੇ ਨਾਲ ਕਰ ਸਕਦਾ ਤੇ ਤੁਹਾਨੂੰ ਦੱਸ ਵੀ ਸਕਦਾ। ਸੋ ਇੱਥੋਂ ਗੱਲ ਸਾਡੀ ਪ੍ਰਾਰੰਭ ਹੋਈ। ਗੁਰਬਾਣੀ ਦੇ ਅੰਦਰ ਪਰਮਾਤਮਾ ਦੇ ਪ੍ਰਕਾਸ਼ ਦੀ ਗੱਲ ਕੀਤੀ ਗਈ ਹੈ, ਔਰ ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦੀ ਵੀ ਗੱਲ ਕੀਤੀ ਗਈ ਹੈ। ਪਰਮਾਤਮਾ ਅਤੇ ਉਸ ਦੇ ਨਾਮ ਦੀ ਗੱਲ ਵੀ ਕੀਤੀ ਗਈ ਹੈ। ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਬਾਰੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਵਿੱਚ ਪਹੁੰਚੇ ਸਨ, ਉੱਥੇ ਉਹਨਾਂ ਨੇ ਇੱਕ ਬਚਨ ਉਚਾਰਿਆ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਉਹ ਪਰਮੇਸ਼ਰ ਜਿਹੜਾ ਹੈ, ਉਹਦੀ ਬਣਾਈ ਹੋਈ ਕੁਦਰਤ ਦਾ ਕੋਈ ਅੰਤ ਨਹੀਂ, ਨਾ ਪਤਾਲਾਂ ਦਾ, ਨਾ ਆਕਾਸ਼ਾਂ ਦਾ, ਨਾ ਬ੍ਰਹਿਮੰਡਾਂ ਦਾ, ਨਾ ਚੰਦ ਸਿਤਾਰਿਆਂ ਦਾ ਕੋਈ ਅੰਤ ਨਹੀਂ। ਲੇਕਿਨ ਉਸ ਵਕਤ ਦਾ ਜਿਹੜਾ ਪੀਰ ਦਸਤਗੀਰ ਸੀ, ਉਹ ਕਹਿੰਦਾ ਸੀ 7 ਪਤਾਲ ਨੇ ਤੇ 7 ਆਕਾਸ਼ ਨੇ। ਲੋਕਾਂ ਦਾ ਸਵਾਲ ਇਹ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚਿਆ ਕਿ ਤੁਹਾਡੇ ਦੋਹਾਂ ਵਿੱਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਪੀਰ ਦਸਤਗੀਰ ਵੀ ਸਾਡੇ ਮੰਨਣ ਯੋਗ ਹਨ ਤੇ ਘੱਟ ਤੁਸੀਂ ਵੀ ਨਹੀਂ। ਤੁਸੀਂ ਬੇਅੰਤ ਪਤਾਲਾਂ ਤੇ ਆਕਾਸ਼ਾਂ ਦੀ ਗੱਲ ਕਰਦੇ ਜੇ, ਉਹ 7 ਦੀ ਕਰਦਾ ਹੈ। 7 ਹੀ ਪਤਾਲ ਨੇ, 7 ਹੀ ਆਕਾਸ਼ ਨੇ। ਤੁਹਾਡੇ ਦੋਹਾਂ ਵਿੱਚੋਂ ਸੱਚਾ ਇੱਕ ਹੋਣਾ ਚਾਹੀਦਾ, ਤੁਸੀਂ ਦੋਵੇਂ ਸੱਚੇ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਗੁਰਮੁਖੋ ਉਹ ਵੀ ਸੱਚਾ ਏ ਤੇ ਮੈਂ ਵੀ ਨਹੀਂ ਝੂਠ ਬੋਲਦਾ। ਉਹਨਾਂ ਪੁੱਛਿਆ ਸੀ ਕਿਵੇਂ, ਇਹ ਕਿਵੇਂ ਹੋ ਸਕਦਾ ਹੈ? ਗੁਰੂ ਸਾਹਿਬ ਨੇ ਬਚਨ ਆਖਿਆ ਸੀ ਕਿ ਉਹਨੂੰ 7 ਤੱਕ ਗਿਆਨ ਹੈ, 7 ਤੱਕ ਸੋਝੀ ਏ, ਉਹ ਝੂਠ ਨਹੀਂ ਬੋਲ ਰਿਹਾ। ਉਹਨੂੰ ਪਤਾ ਹੀ 7 ਤੱਕ, ਇਸ ਲਈ ਉਹ ਸੱਚ ਕਹਿ ਰਿਹਾ ਹੈ। ਉਹਨੂੰ 7 ਦਾ ਪਤਾ ਹੈ ਤੇ ਉਹ 7 ਤੁਹਾਨੂੰ ਦੱਸ ਰਿਹਾ ਹੈ। ਝੂਠ ਮੈਂ ਵੀ ਨਹੀਂ ਬੋਲਦਾ, ਕਿਉਂਕਿ ਮੈਂ ਉਸ ਦੀ ਬੇਅੰਤਤਾ ਨੂੰ ਮਹਿਸੂਸ ਕਰ ਚੁੱਕਿਆ ਹਾਂ।
ਵੀ ਉਹਦਾ ਕਿਤੇ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਕੋਈ ਸੀਮਾ ਨਿਯਤ ਨਹੀਂ ਕੀਤੀ ਜਾ ਸਕਦੀ। ਸੋ ਇਹੋ ਹੀ ਗੱਲ ਏ, ਜਿਸ ਕਿਸੇ ਮਹਾਂਪੁਰਸ਼ ਨੇ ਆਖਿਆ ਕਿ ਉਹਦਾ ਪ੍ਰਕਾਸ਼ 16 ਸੂਰਜਾਂ ਜਿੰਨਾ ਹੈ, ਤੇ ਉਹ ਪੁੱਛ ਰਿਹਾ ਸੀ ਕਿ ਇਹ ਠੀਕ ਹੈ। ਮੈਂ ਆਖਿਆ ਨਹੀਂ, ਬਿਲਕੁਲ ਠੀਕ ਨਹੀਂ, ਕਿਉਂਕਿ ਗੁਰਬਾਣੀ ਮੰਨਦੀ ਹੈ ਕਿ ਪਰਮੇਸ਼ਵਰ ਦਾ ਪ੍ਰਕਾਸ਼ ਜਿਹੜਾ ਉਹਦੀ ਸੀਮਾ ਨਹੀਂ, ਉਹ ਕਰੋੜਾਂ ਸੂਰਜਾਂ ਤੋਂ ਵੀ ਵਧੇਰੇ ਆ। ਉਹ ਸੂਰਜਾਂ ਦਾ ਸੂਰਜ ਹੈ, ਉਹਦੇ ਪ੍ਰਕਾਸ਼ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ। ਤੇ ਜਿਹੜਾ ਦੂਜਾ ਬਚਨ ਸੀ ਉਹਨਾਂ ਦਾ ਵੀ ਇਹੋ ਹੀ ਸੀ। ਫਿਰ ਠੀਕ ਕੀ ਹੈ? ਸਾਡੇ ਮਹਾਂਪੁਰਸ਼ ਠੀਕ ਨੇ ਕਿ ਗੁਰਬਾਣੀ ਠੀਕ ਹੈ? ਤੇ ਬਈ ਮੇਰੇ ਕੋਲ ਤੇ ਕੋਈ ਜਵਾਬ ਨਹੀਂ ਸੀ ਕਿ ਕੌਣ ਠੀਕ ਹੈ। ਮੈਨੂੰ ਉਹ ਗੁਰੂ ਨਾਨਕ ਸਾਹਿਬ ਦੀ ਕਹਾਣੀ ਜਿਹੜੀ ਬਗਦਾਦ ਵਿੱਚ ਵਾਪਰੀ ਉਹ ਚੇਤੇ ਆ ਗਈ, ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਦੋਵੇਂ ਠੀਕ ਨੇ, ਗੁਰਬਾਣੀ ਵੀ ਠੀਕ ਹੈ, ਤੁਹਾਡੇ ਮਹਾਂਪੁਰਸ਼ ਵੀ ਠੀਕ ਨੇ। ਤੇ ਅੱਗੋਂ ਉਹਨਾਂ ਨੇ ਵੀ ਉਹੋ ਹੀ ਆਖਿਆ ਵੀ ਇਹ ਦੋਵੇਂ ਠੀਕ ਕਿਵੇਂ ਹੋ ਸਕਦੇ ਨੇ। ਬਸ ਗੱਲ ਉਹੋ ਹੀ ਸੀ ਕਿ ਤੁਹਾਡੇ ਮਹਾਂਪੁਰਸ਼ਾਂ ਨੂੰ ਇੰਨਾ ਹੀ ਪਤਾ ਹੈ, ਇੱਥੋਂ ਤੱਕ ਹੀ ਉਹਨਾਂ ਦੀ ਸੁਰਤ ਪਹੁੰਚੀ ਹੈ ਕਿ ਮਾਲਕ ਦਾ ਪ੍ਰਕਾਸ਼ 16 ਸੂਰਜਾਂ ਦੇ ਪ੍ਰਕਾਸ਼ ਦੇ ਬਰਾਬਰ ਹੈ, ਤੇ ਗੁਰਬਾਣੀ ਦੀ ਵਿਚਾਰਧਾਰਾ ਇੱਥੋਂ ਤੱਕ ਹੈ ਕਿ ਉਹਦੇ ਪ੍ਰਕਾਸ਼ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ। ਉਹਨਾਂ ਨਾਲ ਮੈਂ ਗੁਰਬਾਣੀ ਦੀਆਂ ਇਹ ਪੰਕਤੀਆਂ ਸਾਂਝੀਆਂ ਕੀਤੀਆਂ ਸਨ, ਤੁਹਾਡੇ ਵੀ ਨਾਲ ਸਾਂਝੀਆਂ ਕਰਦਾ ਹਾਂ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣ ਤਾਸ। ਇੱਥੇ ਸੰਤ ਦਾ ਅਰਥ ਹੈ ਗੁਰੂ। ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ। ਕਰ ਕਿਰਪਾ ਭੇਟੇ ਗੁਣ ਤਾਸ, ਗੁਰੂ ਨੇ ਜਾਂ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਮੈਨੂੰ ਉਸ ਮਾਲਕ ਨਾਲ ਜੋੜ ਦਿੱਤਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ। ਗੁਣਾਂ ਦਾ ਖਜ਼ਾਨਾ ਗੁਰੂ ਦੀ ਕਿਰਪਾ ਸਦਕਾ ਤੇ ਆਪਣੀ ਰਹਿਮਤ ਦਾ ਸਦਕਾ ਉਹ ਮੈਨੂੰ ਮਿਲ ਪਿਆ ਹੈ, ਉਹਦੇ ਨਾਲ ਮੇਰਾ ਮਿਲਾਪ ਹੋ ਗਿਆ ਹੈ। ਇਸ ਲਈ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਨੇ। ਕਿਹੜੇ ਕਿਹੜੇ ਮਨੋਰਥ ਪੂਰੇ ਹੋਏ ਨੇ? ਸ਼ਾਂਤ, ਸਹਿਜ, ਸੂਖ ਮਨ ਉਪਜਿਓ। ਇਹ ਤਿੰਨ ਗੱਲਾਂ ਨੇ ਜੀ, ਇਹਨਾਂ ਵੱਲ ਜ਼ਰੂਰ ਧਿਆਨ ਦਿਆ ਜੇ। ਅਸੀਂ ਸਾਰੇ ਕਿਸੇ ਨਾ ਕਿਸੇ ਭਟਕਣਾ ਵਿੱਚ ਰਹਿੰਦੇ ਹਾਂ, ਚਾਹੇ ਉਹ ਕਿਸੇ ਪ੍ਰਕਾਰ ਦੀ ਹੋਵੇ, ਸਰੀਰਕ ਹੋਵੇ, ਮਾਨਸਿਕ ਹੋਵੇ, ਆਰਥਿਕ ਹੋਵੇ ਜਾਂ ਸਮਾਜਿਕ ਹੋਵੇ। ਅੱਜ ਕੱਲ੍ਹ ਤੇ ਸੰਸਾਰਿਕ ਭਟਕਣਾ ਵੀ ਬਣੀ ਰਹਿੰਦੀ ਏ, ਕਿਉਂਕਿ ਹੁਣ ਸੰਸਾਰ ਸਾਰਾ ਇੱਕ ਪਲੇਟਫਾਰਮ ਤੇ ਇਕੱਠਾ ਹੋ ਚੁੱਕਾ ਹੈ। ਅਫਗਾਨਿਸਤਾਨ ਵਿੱਚ ਕੁਝ ਹੁੰਦਾ ਹੈ ਤੇ ਉਹਦਾ ਅਸਰ ਇੱਥੇ ਆ ਪੈਂਦਾ ਹੈ। ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ, ਹੁਣ ਇੱਕਦਮ ਹੁੰਦਾ ਹੈ। ਸੋ ਇਹ ਸਾਡੀਆਂ ਸਮੱਸਿਆਵਾਂ ਨੇ, ਸਾਡੀਆਂ ਭਟਕਨਾਵਾਂ ਨੇ। ਅਸੀਂ ਕਿਸੇ ਨਾ ਕਿਸੇ ਭਟਕਣਾ ਵਿੱਚ ਹਰ ਵਕਤ ਰਹਿੰਦੇ ਹਾਂ। ਲੇਕਿਨ ਗੁਰੂ ਸਾਹਿਬ ਆਖਦੇ ਨੇ, ਆਪਣੇ ਗੁਰੂ ਦੀ ਕਿਰਪਾ ਦੁਆਰਾ, ਸੰਤਾਂ ਦੀ ਮਿਹਰ ਦਾ ਸਦਕਾ ਮੈਨੂੰ ਪਰਮੇਸ਼ਵਰ ਜੀ ਦਾ ਦੀਦਾਰ ਹੋ ਗਿਆ ਹੈ। ਮੇਰੀ ਸਾਰੀ ਭਟਕਣਾ ਮੁੱਕ ਗਈ ਹੈ, ਮੈਂ ਹੁਣ ਸ਼ਾਂਤ ਹੋ ਗਿਆ। ਪਹਿਲੀ ਗੱਲ ਇਹ ਆ, ਵੇਖੋ, ਪਰਮਾਤਮਾ ਦਾ ਦੀਦਾਰ ਕਰਿਆ ਸ਼ਾਂਤੀ ਨਸੀਬ ਹੋ ਜਾਂਦੀ ਹੈ। ਦੂਜੀ ਗੱਲ ਹੈ ਸਹਿਜ। ਸਹਿਜ ਦਾ ਮਤਲਬ ਹੁੰਦਾ ਹੈ ਅਡੋਲਤਾ। ਬੰਦਾ ਫਿਰ ਡੋਲਦਾ ਨਹੀਂ, ਬੰਦਾ ਡੱਕੋ ਡੋਲੇ ਨਹੀਂ ਖਾਂਦਾ, ਬੰਦੇ ਦੇ ਪੈਰ ਫਿਸਲਦੇ ਨਹੀਂ, ਉਹਦਾ ਮਨ ਘਬਰਾਉਂਦਾ ਨਹੀਂ। ਕੁਝ ਆ ਜਾਏ, ਕੁਝ ਚਲਾ ਜਾਏ, ਉਹ ਇੱਕੋ ਜਿਹੀ ਅਵਸਥਾ ਵਿੱਚ ਰਹਿੰਦਾ ਹੈ। ਤੀਜਾ ਬਚਨ ਨੇ ਸੂਖ। ਸੁਖ ਆਪਾਂ ਸਾਰੇ ਹੀ ਸਮਝਦੇ ਹਾਂ, ਮਨ ਉਪਜਿਓ। ਇਹ ਤਿੰਨੇ ਚੀਜ਼ਾਂ ਮਨ ਵਿੱਚ ਪੈਦਾ ਹੋ ਗਈਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ, ਜਦੋਂ ਪਰਮਾਤਮਾ ਦਾ ਦੀਦਾਰ ਹੋਇਆ। ਜਦੋਂ ਉਸ ਮਾਲਕ ਦਾ ਦੀਦਾਰ ਹੋਇਆ ਤੇ ਕਿਵੇਂ ਪਤਾ ਲੱਗਾ ਵੀ ਉਹਦਾ ਪ੍ਰਕਾਸ਼ ਕਿੰਨਾ ਕੁ ਹੈ? ਕੋਟ ਸੂਰ ਨਾਨਕ ਪ੍ਰਗਾਸ।
ਕੋਟ ਦਾ ਮਤਲਬ ਸੀ ਗੁਰਬਾਣੀ ਵਿੱਚ ਜਦੋਂ ਟੈਂਕੇ ਨੂੰ ਸਿਹਾਰੀ ਵਾਲਾ ਕੋਟ ਆਵੇ ਉਦੋਂ ਇਹਦਾ ਮਤਲਬ ਹੁੰਦਾ ਹੈ ਕਰੋੜਾਂ। ਉਸ ਮਾਲਕ ਦੇ ਨਾਲ ਜਿਵੇਂ ਹੀ ਸੁਰਤ ਜੁੜੀ, ਜਿਵੇਂ ਹੀ ਉਹਦੇ ਨਾਲ ਸੰਬੰਧ ਬਣਿਆ, ਜਿਵੇਂ ਹੀ ਉਹਦੇ ਨਾਲ ਭੇਟ ਹੋਈ, ਪਤਾ ਲੱਗਾ ਕਿ ਉਹਦਾ ਪ੍ਰਕਾਸ਼ 16 ਸੂਰਜਾਂ ਜਿੰਨਾ ਨਹੀਂ, ਉਹਦਾ ਤੇ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੈ। ਸੋ ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਸਭਨਾਂ ਨਾਲ ਸਾਂਝੇ ਕੀਤੇ ਨੇ ਕਿ ਪਰਮਾਤਮਾ ਅਸੀਮ ਹੈ, ਉਸ ਦੀ ਸੀਮਾ ਨੀਅਤ ਨਹੀਂ ਕੀਤੀ ਜਾ ਸਕਦੀ। ਤਿੰਨ ਚੀਜ਼ਾਂ ਫਿਰ ਧਿਆਨ ਵਿੱਚ ਰੱਖਣਾ ਜੀ, ਪਰਮਾਤਮਾ, ਉਸ ਦਾ ਨਾਮ ਤੇ ਉਸ ਦੀ ਬਣਾਈ ਹੋਈ ਇਹ ਸ੍ਰਿਸ਼ਟੀ। ਇਹਨਾਂ ਤਿੰਨਾਂ ਦਾ ਕੋਈ ਨਾ ਅੰਤ ਅੱਜ ਤੱਕ ਪਾ ਸਕਿਆ ਤੇ ਸ਼ਾਇਦ ਕੋਈ ਨਹੀਂ ਪਾ ਸਕੇਗਾ, ਕਿਉਂਕਿ ਇਹ ਸਿਲਸਿਲਾ ਇੱਥੋਂ ਤੱਕ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੈ। ਸੋ ਇਹ ਬਚਨ ਮੇਰਾ ਮਨ ਸੀ ਤੁਹਾਡੇ ਨਾਲ ਸਾਂਝਾ ਕਰਾਂ। ਤੇ ਆਓ ਹੁਣ ਆਪਾਂ ਅੱਜ ਦੀ ਜਿਹੜੀ ਵਿਚਾਰ ਹੈ ਆਪਣੀ, ਸ਼ਬਦ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਸ਼ਬਦ ਨੰਬਰ 7 ਤੇ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪੰਨਾ 220 ਹੈ। ਆਪਾਂ ਪਿਛਲੀ ਕਥਾ ਵਿੱਚ ਸ਼ਬਦ ਨੰਬਰ 6 ਸਮਝਿਆ ਸੀ। ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਆਖੇ ਸਨ, ਕੋ ਮਾਈ ਭੂਲਿਓ ਮਨ ਸਮਝਾਵੇ। ਹੇ ਮੇਰੀ ਮਾਂ, ਮੇਰੇ ਭੁੱਲੇ ਹੋਏ ਮਨ ਨੂੰ ਕੋਈ ਸਮਝਾ ਦੇਵੇ, ਕੋਈ ਸਿੱਧੇ ਰਾਹ ਪਾ ਦੇਵੇ। ਰਾਹ ਕਿੰਨੇ ਕੁ ਨੇ ਜੀ ਇਸ ਦੁਨੀਆ ਵਿੱਚ? ਬਹੁਤੇ ਨਹੀਂ ਹਨ, ਸਿਰਫ ਦੋ ਹੀ ਰਸਤੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਾਂ ਨੂੰ ਆਖਿਆ, ਲਿਵ ਧਾਤ ਦੋਏ ਰਾਹ ਹੈ। ਦੋ ਹੀ ਰਸਤੇ ਨੇ, ਤੀਜਾ ਕੋਈ ਰਸਤਾ ਨਹੀਂ। ਇੱਕ ਰਸਤਾ ਲਿਵ ਦਾ, ਸੁਰਤ ਦਾ, ਇੱਕ ਰਸਤਾ ਹੈ ਧਾਤ ਦਾ, ਮੈਨੇ ਮਾਇਆ ਦਾ। ਸੋ ਦੋਹਾਂ ਵਿੱਚੋਂ ਆਪਾਂ ਕੋਈ ਚੁਣ ਲਈਏ ਜਿਹਦੇ ਤੇ ਵੀ ਆਪਾਂ ਜਾਣਾ ਚਾਹੀਏ, ਚਾਹੇ ਲਿਵ ਦੇ ਰਾਹ ਤੇ ਚੱਲ ਪਈਏ, ਚਾਹੇ ਮਾਇਆ ਦੇ ਰਾਹ ਤੇ ਚੱਲ ਪਈਏ। ਲੇਕਿਨ ਇੱਕ ਗੱਲ ਮੈਂ ਆਖਣਾ ਚਾਹਾਂਗਾ ਕਿ ਜਿਹੜੇ ਲੋਕ ਲਿਵ ਦੇ ਰਸਤੇ ਤੇ ਤੁਰਦੇ ਨੇ, ਉਹਨਾਂ ਨੂੰ ਮਾਇਆ ਛੱਡਣ ਦੀ ਜ਼ਰੂਰਤ ਨਹੀਂ। ਮਾਇਆ ਵਿੱਚ ਰਹਿੰਦਿਆਂ, ਗ੍ਰਸਥ ਵਿੱਚ ਰਹਿੰਦਿਆਂ ਲਿਵ ਦੇ ਰਸਤੇ ਤੇ ਤੁਰਿਆ ਜਾ ਸਕਦਾ ਹੈ। ਲੇਕਿਨ ਸੰਸਾਰ ਬਿਨ ਨਾਮੈ ਜਗ ਕਮਲਾ ਫਿਰੈ ਵਾਲੀ ਗੱਲ ਬਣੀ ਹੋਈ ਏ। ਇਹਨੇ ਕੇਵਲ ਤੇ ਕੇਵਲ ਮਾਇਆ ਦਾ ਰਸਤਾ ਅਖਤਿਆਰ ਕੀਤਾ, ਲਿਵ ਦਾ ਨਹੀਂ ਕੀਤਾ। ਵਿਰਲੇ ਵਿਰਲੇ ਬੰਦੇ ਲੱਭਦੇ ਨੇ ਜਿਹੜੇ ਲਿਵ ਦਾ ਰਾਹ ਚੁਣਦੇ ਨੇ। ਸੰਸਾਰ ਮਾਇਆ ਨੂੰ ਪਹਿਲ ਦਿੰਦਾ ਹੈ ਤੇ ਮਾਇਆ ਦੇ ਰਸਤੇ ਤੇ ਚੱਲਦਾ ਹੈ। ਸ਼ਾਇਦ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਮਾਇਆ ਦੇ ਰਸਤੇ ਤੇ ਚੱਲਦਿਆਂ ਚੱਲਦਿਆਂ ਹੀ ਲਿਵ ਦਾ ਰਸਤਾ ਵੀ ਚੁਣਿਆ ਜਾ ਸਕਦਾ। ਜਿੱਦਾਂ ਇਹ ਸਮਝ ਆ ਜਾਂਦੀ ਹੈ ਕਿਸੇ ਪ੍ਰਾਣੀ ਨੂੰ, ਉਹ ਫਿਰ ਲਿਵ ਦਾ ਰਸਤਾ ਕਿਉਂ ਨਹੀਂ ਚੁਣੇਗਾ? ਕਿਉਂਕਿ ਉਹਨੂੰ ਸਮਝ ਆ ਗਈ ਏ ਕਿ ਇਹ ਮਾਇਆ ਛੱਡਣੀ ਨਹੀਂ ਲਿਵ ਵਾਸਤੇ, ਇਹਦੇ ਵਿੱਚ ਰਹਿੰਦਿਆਂ ਹੀ ਲਿਵ ਜੁੜ ਸਕਦੀ ਏ। ਸੋ ਇਹ ਦੋ ਹੀ ਰਸਤੇ ਨੇ ਭਾਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ, ਬਈ ਮੇਰੇ ਇਸ ਭੁੱਲੇ ਹੋਏ ਮਨ ਨੂੰ ਜਿਹੜਾ ਕੇਵਲ ਮਾਇਆ ਦੇ ਰਸਤੇ ਤੇ ਤੁਰਿਆ ਜਾਂਦਾ ਹੈ, ਕੋਈ ਜਣਾ ਸਮਝਾ ਦੇਵੇ, ਇਸ ਰਸਤੇ ਤੇ ਜਾਂਦਾ ਜਾਂਦਾ ਉਹ ਨਾਲ ਲਿਵ ਵੀ ਲਗਾ ਲਵੇ ਮੇਰਾ ਮਨ। ਅੱਗੇ ਆਖਿਆ ਸੀ, ਵੇਦ ਪੁਰਾਨ ਸਾਧ ਮਗ ਸੁਨ ਕਰ। ਵੇਦਾਂ ਪੁਰਾਣਾ ਯਾਨੀ ਧਾਰਮਿਕ ਗ੍ਰੰਥਾਂ ਤੇ ਸਾਧੂਆਂ ਦੇ ਦੱਸੇ ਹੋਏ ਰਸਤੇ ਨੂੰ ਸੁਣ ਕੇ ਵੀ ਨਿਮਖ ਨਾ ਹਰ ਗੁਣ ਗਾਵੇ। ਇਹ ਮੇਰਾ ਮਨ ਨਿਮਖ ਜਿੰਨਾ ਸਮਾਂ ਵੀ ਵਾਹਿਗੁਰੂ ਦੇ ਗੁਣ ਨਹੀਂ ਜੇ ਗਾਉਂਦਾ। ਬਸ ਆਹੀ ਤੇ ਗੱਲ ਏ, ਗੁਣ ਗਾਉਣਾ ਲਿਵ ਦੇ ਰਸਤੇ ਤੇ ਚੱਲਣਾ ਹੈ ਤੇ ਇਸ ਨੂੰ ਛੱਡ ਕੇ ਦੁਨਿਆਵੀ ਧੰਦੇ ਕਰੀ ਜਾਣੇ, ਮਾਇਆ ਦੇ ਰਸਤੇ ਤੇ ਚੱਲਣਾ। ਬਸ ਇੰਨੀ ਕੁ ਗੱਲ ਸਮਝਣ ਵਾਲੀ ਏ। ਮਾਇਆ ਦੀ ਕਾਰ ਕਰਦਿਆਂ ਹੋਇਆਂ ਹੀ ਉਸ ਮਾਲਕ ਦੇ ਗੁਣ ਗਾਈ ਜਾਣੇ ਨੇ। ਸੋ ਜਿਹੜਾ ਅੱਜ ਵਾਲਾ ਸ਼ਬਦ, ਇਹਦੀਆਂ ਵੀ ਰਹਾਉ ਵਾਲੀਆਂ ਪੰਕਤੀਆਂ ਵੇਖੋ,
ਤੇ ਸ਼ਬਦ ਨੰਬਰ 6 ਦੀਆਂ ਰਹਾਉ ਵਾਲੀਆਂ ਪੰਕਤੀਆਂ ਵੀ ਵੇਖੋ, ਸਾਨੂੰ ਸਮਝ ਪਏਗੀ ਕਿ ਗੁਰੂ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਇਸੇ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੀ ਰਹਿਣਾ, ਤੇ ਜਿੰਨਾ ਕੁ ਚਿਰ ਮੈਂ ਇੱਥੇ ਸੇਵਾ ਕਰਾਂਗਾ ਇਹ ਬੇਨਤੀ ਕਰਦਾ ਹੀ ਰਵਾਂਗਾ। ਉਹ ਇਹ ਕਿ ਗੁਰਬਾਣੀ ਵਿਚਾਰ ਨਾਲ, ਸਹਿਜ ਨਾਲ ਆਪ ਪੜ੍ਹਿਆ ਕਰੋ। ਅਖੰਡਾਂ ਪਾਠਾਂ ਦੀ ਕੋਈ ਨਹੀਂ ਲੋੜ। ਸਹਿਜ ਨਾਲ, ਪਿਆਰ ਨਾਲ, ਸਮਝ ਕੇ ਬਾਣੀ ਨੂੰ ਪੜ੍ਹੋ। ਹੁਣ ਜਦੋਂ ਤੁਸੀਂ ਸ਼ਬਦ ਨੰਬਰ 6 ਨੂੰ ਸਾਹਮਣੇ ਰੱਖ ਕੇ ਸ਼ਬਦ ਨੰਬਰ 7 ਪੜ੍ਹੋਗੇ ਤੇ ਕਿੰਨੇ ਹੀ ਭੇਦ ਖੁੱਲ ਜਾਣੇ ਨੇ, ਕਿੰਨੀਆਂ ਹੀ ਗੁੰਝਲਾਂ ਖੁੱਲ ਜਾਣੀਆਂ ਨੇ। ਤੇ ਜੇ ਇਹਦਾ ਪਾਠ ਕਰਕੇ ਅੱਗੇ ਭੱਜ ਗਏ ਤੇ ਕੁਝ ਵੀ ਨਹੀਂ ਪਤਾ ਲੱਗਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੀ ਆਖਦੇ ਨੇ ਪਏ। ਹੁਣ ਪਹਿਲੇ ਬਚਨ ਵਿੱਚ ਆਖਿਆ ਕਿ ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੇ। ਦੂਸਰਾ ਬਚਨ ਨੇ ਵੇਦ ਪੁਰਾਨ ਪੜ੍ਹੇ ਕੋ ਇਹ ਗੁਣ। ਕੀ ਗੁਣ ਹੈ? ਗੁਣ ਇੱਥੇ ਗੁਣ ਦਾ ਅਰਥ ਹੈ ਜੀ ਲਾਭ, ਫਾਇਦਾ। ਧਾਰਮਿਕ ਗ੍ਰੰਥ ਪੜ੍ਹਨ ਦਾ ਇਹ ਫਾਇਦਾ, ਇਹ ਲਾਭ ਹੋਣਾ ਚਾਹੀਦਾ ਕਿ ਸਿਮਰੇ ਹਰ ਕੋ ਨਾਮਾ। ਆਹ ਲਾਭ ਹੋਣਾ ਚਾਹੀਦਾ ਜੇ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਤੇ, ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ। ਮੈਨੂੰ ਇਹ ਕਹਿਣ ਨੂੰ ਕੋਈ ਸੰਕੋਚ ਨਹੀਂ ਕਿ ਸਿੱਖ ਲੋਕ ਗੁਰਬਾਣੀ ਤਾਂ ਪੜ੍ਹ ਲੈਂਦੇ ਨੇ, ਪਰ ਸਿਮਰੇ ਹਰ ਕੋ ਨਾਮਾ ਵਾਲੀ ਗੱਲ ਨਹੀਂ ਕਰਦੇ। ਸਵੇਰੇ ਨਿਤਨੇਮ ਵੀ ਕਰ ਲੈਂਦੇ ਨੇ, 5 7 10 ਬਾਣੀਆਂ, ਜਿੰਨੀਆਂ ਕਿਸੇ ਦਾ ਦਿਲ ਕਰਦਾ ਉਹ ਪੜ੍ਹ ਲੈਂਦਾ ਹੈ, ਬੜੀ ਚੰਗੀ ਗੱਲ ਏ। ਸ਼ਾਮ ਨੂੰ ਵੀ ਆਪਾਂ ਨਿਤਨੇਮ ਕਰਦੇ ਹਾਂ, ਬਹੁਤ ਚੰਗੀ ਗੱਲ ਏ। ਲੇਕਿਨ ਸਿਮਰੇ ਹਰ ਕੋ ਨਾਮਾ ਇਹ ਕਿੰਨੇ ਕਰਨਾ? ਇਹ ਕੌਣ ਕਰੇਗਾ? ਕੀ ਇਹ ਸਾਡੇ ਲਈ ਨਹੀਂ ਲਿਖਿਆ ਗੁਰੂ ਜੀ ਨੇ? ਕੀ ਇਹ ਹੋਰ ਲੋਕਾਂ ਲਈ ਲਿਖਿਆ ਹੈ? ਕਿ ਸਾਨੂੰ ਇੱਥੇ ਇਜਾਜ਼ਤ ਮਿਲ ਜਾਂਦੀ ਹੈ ਕਿ ਤੁਸੀਂ ਕੇਵਲ ਬਾਣੀ ਪੜ੍ਹ ਲਓ ਤੇ ਹਰੀ ਦਾ ਨਾਮ ਨਾ ਸਿਮਰੋ? ਐਸਾ ਨਹੀਂ। ਸਗੋਂ ਇਹ ਧਾਰਮਿਕ ਗ੍ਰੰਥ ਪੜ੍ਹਨ ਦਾ ਇਹ ਸਾਨੂੰ ਲਾਭ ਹੋਣਾ ਚਾਹੀਦਾ ਸੀ ਕਿ ਅਸੀਂ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ। ਆਹ ਗੱਲ ਧਿਆਨ ਵਿੱਚ ਰੱਖਣ ਗੋਚਰੀ ਏ। ਪਹਿਲੀ ਪੰਕਤੀ ਏ, ਪਹਿਲੇ 6 ਸ਼ਬਦ ਨੰਬਰ 6 ਦੀ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੇ। ਇਹ ਸੁਣ ਕੇ ਵੀ ਨਹੀਂ ਗਾਉਂਦਾ, ਤੇ ਸੁਣਨ ਦਾ ਲਾਭ ਕੀ ਹੋਣਾ ਚਾਹੀਦਾ ਸੀ? ਸਿਮਰੇ ਹਰ ਕੋ ਨਾਮਾ। ਇਹਨੂੰ ਚਾਹੀਦਾ ਸੀ ਇਹ ਵਾਹਿਗੁਰੂ ਜੀ ਦੀ ਭਗਤੀ ਕਰਦਾ ਹੈ, ਵਾਹਿਗੁਰੂ ਜੀ ਦੀ ਬੰਦਗੀ ਕਰਦਾ ਹੈ, ਉਹਦੇ ਨਾਮ ਦਾ ਸਿਮਰਨ ਕਰਦਾ। ਤਾਂ ਹੀ ਆਖਿਆ ਸਾਧੋ ਰਾਮ ਸ਼ਰਨ ਬਿਸਰਾਮਾ। ਇਹ ਸਾਧੂ ਜਨੋ, ਇਹ ਸੰਤ ਜਨੋ, ਸਾਨੂੰ ਸਾਰਿਆਂ ਨੂੰ ਸਾਧੂ ਜਨ ਕਹਿ ਰਹੇ ਨੇ ਗੁਰੂ ਜੀ। ਇਹ ਸੰਤ ਜਨੋ, ਮਨ ਦੀ ਭਟਕਣਾ ਮੁੱਕ ਜਾਏਗੀ ਜੇ ਤੁਸੀਂ ਰੱਬ ਦੀ ਸ਼ਰਨ ਵਿੱਚ ਆ ਜਾਓ। ਤੇ ਰੱਬ ਦੀ ਸ਼ਰਨ ਵਿੱਚ ਕਿਵੇਂ ਆਉਣਾ? ਸਿਮਰੇ ਹਰ ਕੋ ਨਾਮਾ। ਤੁਸੀਂ ਦੁਨੀਆ ਵਿੱਚ ਕਿਤੇ ਵੀ ਹੋਵੋ, ਘਰ ਹੋਵੋ, ਕੰਮ ਤੇ ਹੋਵੋ, ਰਸਤੇ ਵਿੱਚ ਜਾਂਦੇ ਹੋਵੋ, ਜਿੱਥੇ ਵੀ ਹੋ, ਭਾਵੇਂ ਆਕਾਸ਼ ਵਿੱਚ ਕਿਉਂ ਨਾ ਹੋਵੋ, ਬਸ ਸਿਮਰੇ ਹਰ ਕੋ ਨਾਮਾ। ਜਿੱਥੇ ਤੁਸੀਂ ਵਾਹਿਗੁਰੂ ਜੀ ਨੂੰ ਚੇਤੇ ਕਰਨਾ ਸ਼ੁਰੂ ਕਰਦੇ ਹੋ, ਉੱਥੇ ਹੀ ਤੁਸੀਂ ਉਹਦੀ ਸ਼ਰਨ ਵਿੱਚ ਆ ਜਾਂਦੇ ਹੋ। ਤੇ ਜਿਹੜਾ ਬੰਦਾ ਇਸ ਢੰਗ ਨਾਲ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਪੂਰਨ ਤੌਰ ਤੇ ਵਿਸ਼ਰਾਮ ਮਿਲ ਜਾਂਦਾ ਹੈ, ਉਹਦੀ ਭਟਕਣਾ ਮੁੱਕ ਜਾਂਦੀ, ਉਹਨੂੰ ਟਿਕਾਣਾ ਮਿਲ ਜਾਂਦਾ ਹੈ। ਜਿਸ ਟਿਕਾਣੇ ਤੇ ਪਹੁੰਚ ਕੇ ਫਿਰ ਉਹਨੂੰ ਹੋਰ ਕੋਈ ਟਿਕਾਣਾ ਲੱਭਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਸੋ ਇਹ ਬਚਨ ਨੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਇਸ ਬਚਨ ਦੇ ਨਾਲ ਮਿਲਦਾ ਹੋਇਆ ਇੱਕ ਬਚਨ ਹੈ ਜੀ ਭਗਤ ਕਬੀਰ ਸਾਹਿਬ ਜੀ ਦਾ। ਮੇਰਾ ਮਨ ਹੈ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂ। ਕਬੀਰ ਸਾਹਿਬ ਆਖਦੇ ਨੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ। ਜੇ ਸਿਮਰੇ ਹਰ ਕੋ ਨਾਮਾ ਨਹੀਂ ਕਰਦਾ ਇਹ ਬੰਦਾ, ਤੇ ਫਿਰ ਇਹ ਵੇਦਾਂ ਪੁਰਾਣਾ ਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਕਿਆ ਗੁਣ, ਕੀ ਲਾਭ, ਕੀ ਫਾਇਦਾ, ਕਿਵੇਂ ਦਾ ਉਹ ਪੜ੍ਹਿਆ? ਫਿਰ ਉਹ ਪਾਠ ਕੀਤੇ ਕਿਹੋ ਜਿਹੇ ਨੇ ਜੇ ਹਰ ਕੋ ਨਾਮਾ ਨਹੀਂ ਸਿਮਰਿਆ? ਤੇ ਉਹ ਇਸ ਤਰ੍ਹਾਂ ਨੇ, ਖਰ ਚੰਦਨ ਜਸ ਭਾਰਾ। ਖੋਤੇ ਦੇ ਉੱਤੇ ਚੰਦਨ ਲੱਦ ਦਿੱਤਾ ਜਾਏ ਜੀ,
ਮਾਲਕ ਲਈ ਤੇ ਉਹ ਚੀਜ਼ ਬੜੀ ਕੀਮਤੀ ਹੋ ਸਕਦੀ ਏ, ਪਰ ਖੋਤੇ ਲਈ ਤੇ ਬੋਝ ਹੀ ਹੈ ਨਾ। ਚਾਹੇ ਚੰਦਨ ਹੀ ਲੱਦਿਆ ਉਹਦੇ ਉੱਤੇ ਤੇ ਭਾਰ ਹੀ ਪਾਇਆ ਨਾ ਆਪਾਂ। ਕਬੀਰ ਸਾਹਿਬ ਦੇ ਬਚਨ ਨੇ ਜੀ, ਇਹ ਮੇਰੇ ਨਹੀਂ ਹਨ। ਉਹ ਕਹਿੰਦੇ ਨੇ ਜਿਹੜੇ ਕੇਵਲ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਰਹਿੰਦੇ ਨੇ ਤੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦੇ ਦਿਮਾਗ ਉੱਤੇ ਇਹਨਾਂ ਧਾਰਮਿਕ ਗ੍ਰੰਥਾਂ ਦੀਆਂ ਸਿੱਖਿਆਵਾਂ ਦਾ ਇਸ ਤਰ੍ਹਾਂ ਹੀ ਬੋਝ ਬਣ ਜਾਂਦਾ ਹੈ ਜਿਵੇਂ ਖੋਤੇ ਦੇ ਉੱਤੇ ਚੰਦਨ ਦੀ ਲੱਕੜੀ ਲੱਦਦੀ ਹੈ ਤੇ ਉਹਦਾ ਭਾਰ ਉਹਦੇ ਉੱਤੇ ਬਣ ਜਾਂਦਾ। ਇਸ ਤਰ੍ਹਾਂ ਇਹਨਾਂ ਸਿੱਖਿਆਵਾਂ ਦਾ ਸਾਡੇ ਦਿਮਾਗ ਤੇ ਬੋਝ ਬਣ ਜਾਂਦਾ। ਸੋ ਇਹ ਬਚਨ ਕਬੀਰ ਸਾਹਿਬ ਆਖਦੇ ਨੇ। ਉਹਨਾਂ ਨੂੰ ਕਿਉਂ ਆਖਣੇ ਪਏ? ਕਿਉਂਕਿ ਅਸੀਂ ਸਿਮਰਦੇ ਜੂ ਨਹੀਂ, ਇਸ ਲਈ ਉਹਨਾਂ ਨੂੰ ਇਹੋ ਜਿਹੇ ਸ਼ਬਦ ਆਖਣੇ ਪਏ ਨੇ। ਕਿਉਂਕਿ ਉਹ ਬਨਾਰਸ ਵਿੱਚ ਰਹਿੰਦੇ ਸਨ, ਪੰਡਤਾਂ ਦਾ ਗੜ੍ਹ ਸੀ ਬਨਾਰਸ। ਉੱਥੇ ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ, ਗੀਤਾ, ਹੋਰ ਜਿੰਨੇ ਧਾਰਮਿਕ ਗ੍ਰੰਥ ਸਨ ਉਹਨਾਂ ਸਭਨਾਂ ਦਾ ਪਠਨ ਪਾਠਨ ਰਾਤ ਦਿਨੇ ਹੁੰਦਾ ਸੀ। ਪਰ ਹਰੀ ਦੇ ਨਾਮ ਤੋਂ ਸਭ ਲੋਕ ਟੁੱਟੇ ਹੋਏ ਸਨ। ਇਸੇ ਲਈ ਕਬੀਰ ਜੀ ਨੇ ਉੱਥੇ ਰਹਿ ਕੇ ਇਹ ਗੱਲ ਆਖੀ ਸੀ ਕਿ ਤੁਸੀਂ ਇਹ ਸਭ ਬੋਝ ਇਸ ਤਰ੍ਹਾਂ ਹੀ ਚੁੱਕੀ ਜਾਂਦੇ ਹੋ ਜਿਵੇਂ ਗਧੇ ਉੱਤੇ ਚੰਦਨ ਲੱਦਿਆ ਹੋਵੇ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਭਲਿਓ, ਤੁਸੀਂ ਪਰਮਾਤਮਾ ਦੇ ਨਾਮ ਦੀ ਗਤ ਮੈਨੇ ਅਵਸਥਾ, ਉਸ ਨੂੰ ਤੇ ਜਾਣਿਆ ਹੀ ਨਹੀਂ। ਤੇ ਜਾਣਾਂਗੇ ਤੇ ਤਾਂ ਹੀ ਨਾ ਜੇ ਸਿਮਰਨ ਕਰਾਂਗੇ। ਜੇ ਸਿਮਰਨ ਨਹੀਂ ਕਰਦੇ ਤੇ ਰੱਬ ਦੇ ਨਾਂ ਦੀ ਉੱਚੀ ਆਤਮਕ ਅਵਸਥਾ ਜਿਹੜੀ ਬਣਦੀ ਹੈ ਉਹਨੂੰ ਕਿਵੇਂ ਜਾਣਾਂਗੇ? ਉਹਨੂੰ ਜਾਣਨ ਲਈ ਸਾਨੂੰ ਸਿਮਰਨ ਕਰਨਾ ਹੋਏਗਾ। ਤੇ ਸਿਮਰਨ ਇੱਕ ਸ਼ਬਦ ਦਾ, ਸ਼ਬਦ ਤੁਸੀਂ ਕੋਈ ਵੀ ਲੈ ਲਓ ਜਿਹੜਾ ਤੁਹਾਨੂੰ ਚੰਗਾ ਲੱਗੇ, ਜਾਂ ਜਿਹੜਾ ਤੁਹਾਡੇ ਗੁਰੂ ਨੇ ਦੱਸਿਆ ਹੋਵੇ, ਜਿਹੜਾ ਤੁਹਾਡੇ ਕਿਸੇ ਸੰਤ ਮਹਾਂਪੁਰਸ਼ ਨੇ ਦੱਸਿਆ ਹੋਵੇ, ਕੁਝ ਵੀ ਹੋਵੇ, ਪਰ ਉਹ ਰੱਬ ਦਾ ਨਾਂ ਹੋਵੇ, ਰੱਬ ਦਾ, ਹੋਰ ਕਿਸੇ ਦਾ ਨਹੀਂ। ਉਸ ਰੱਬ ਦੇ ਨਾਂ ਦਾ ਤੁਸੀਂ ਸਿਮਰਨ ਸ਼ੁਰੂ ਕਰ ਦਿਓ, ਬੋਲਣਾ ਸ਼ੁਰੂ ਕਰ ਦਿਓ, ਜਪਣਾ ਸ਼ੁਰੂ ਕਰ ਦਿਓ। ਜਪਦਿਆਂ ਜਪਦਿਆਂ ਇੱਕ ਸਮਾਂ ਆ ਜਾਏਗਾ, ਤੁਸੀਂ ਰਾਮ ਨਾਮ ਦੀ ਉੱਚੀ ਆਤਮਕ ਅਵਸਥਾ ਨੂੰ ਸਮਝਣ ਲੱਗ ਪਵੋਗੇ ਕਿ ਮੇਰੇ ਨਾਲ ਵਾਪਰ ਕੀ ਰਿਹਾ ਹੈ, ਕਿਵੇਂ ਮਨ ਸ਼ਾਂਤ ਹੁੰਦਾ ਜਾ ਰਿਹਾ ਹੈ, ਕਿਵੇਂ ਲੋਭ ਲਾਲਚ ਤੋਂ ਉੱਚਾ ਉੱਠਦਾ ਜਾ ਰਿਹਾ ਹੈ, ਕਿਵੇਂ ਕਾਮ ਕ੍ਰੋਧ ਆਉਂਦੇ ਤੇ ਹਨ, ਲੇਕਿਨ ਪੂਰਨ ਤੌਰ ਤੇ ਮੇਰੇ ਉੱਤੇ ਜਿਵੇਂ ਪਹਿਲਾਂ ਗਲਬਾ ਇਹਨਾਂ ਨੇ ਪਾਇਆ ਸੀ, ਇਹ ਹੁਣ ਨਹੀਂ ਪਾ ਸਕਦੇ। ਤੁਸੀਂ ਆਪ ਪਹਿਚਾਨ ਪਾਓਗੇ, ਸਮਝ ਪਾਓਗੇ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਕਬੀਰ ਸਾਹਿਬ ਇੱਕ ਕੁਐਸਚਨ, ਇੱਕ ਪ੍ਰਸ਼ਨ ਕਰਦੇ ਨੇ, ਭਲਿਓ ਕਿਵੇਂ ਪਾਰ ਲੰਘੋਗੇ? ਤੁਸੀਂ ਤੇ ਭਾਰ ਚੁੱਕਿਆ ਖੋਤੇ ਵਾਂਗੂ ਇਹਨਾਂ ਗ੍ਰੰਥਾਂ ਦਾ, ਇਸ ਭਾਵ ਸਾਗਰ ਚੋਂ ਕਿਵੇਂ ਲੰਘੋਗੇ? ਬੇੜੀ ਹੈ ਪਰਮੇਸ਼ਵਰ ਦਾ ਅੰਮ੍ਰਿਤ ਨਾਮ, ਆਪਾਂ ਉਹਦੇ ਤੇ ਸਵਾਰ ਹੋਣਾ। ਵਾਹਿਗੁਰੂ ਨਾਮ ਜਹਾਜ਼ ਹੈ, ਨਾਮ ਤੇ ਸਵਾਰ ਹੋਣਾ। ਉਸ ਨਾਮ ਨੇ ਸਾਨੂੰ ਭਵ ਸਾਗਰ ਤੋਂ ਪਾਰ ਕਰਨਾ ਹੈ। ਜੇ ਅਸੀਂ ਉਹ ਨਾ ਕੀਤਾ ਤੇ ਜਿਨ੍ਹਾਂ ਦੇ ਉੱਤੇ ਸਿਰ ਤੇ ਭਾਰ ਹੋਏਗਾ ਭਾਈ, ਉਹ ਪਾਰ ਨਹੀਂ ਲੰਘ ਸਕਣਗੇ। ਉਹਨਾਂ ਨੇ ਹਰ ਹਾਲਤ ਵਿੱਚ ਡੁੱਬਣਾ ਹੀ ਡੁੱਬਣਾ ਹੈ। ਸੋ ਅਗਲਾ ਪਹਿਲਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਜਿਸ ਵਿੱਚ ਉਹ ਆਖਦੇ ਨੇ, ਲੋਭ ਮੋਹ ਮਾਇਆ ਮਮਤਾ ਫੁਨ, ਔ ਬਿਖਿਅਨ ਕੀ ਸੇਵਾ। ਲੋਭ ਆਪਾਂ ਸਮਝਦੇ ਹਾਂ, ਮੋਹ ਵੀ ਸਮਝਦੇ ਹਾਂ। ਉਂਝ ਜੀ ਇੱਕ ਗੱਲ, ਪਿਆਰ ਵਿੱਚ ਤੇ ਮੋਹ ਵਿੱਚ ਬੜਾ ਵੱਡਾ ਫਰਕ ਜੇ, ਇਹ ਜ਼ਰੂਰ ਸਮਝਣਾ ਚਾਹੀਦਾ। ਪਿਆਰ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਕੁਝ ਦੇਣਾ ਤੇ ਨਿਰਸਵਾਰਥ ਦੇਣਾ, ਬਿਨਾਂ ਕਿਸੇ ਆਸ ਉਮੀਦ ਤੋਂ ਦੇਣਾ ਕਿ ਉਹਦੇ ਤੋਂ ਮੈਨੂੰ ਕੁਝ ਮਿਲੇਗਾ। ਉਹ ਚੀਜ਼ ਮਨ ਵਿੱਚ ਹੀ ਨਾ ਆਵੇ, ਦੇ ਦੇਣਾ, ਬਸ ਦੇਣਾ, ਇਸ ਨੂੰ ਪਿਆਰ ਆਖਦੇ ਨੇ। ਤੇ ਮੋਹ ਜਿਹੜਾ ਹੁੰਦਾ ਹੈ, ਮੋਹ ਵਿੱਚ ਦੇਣਾ ਨਹੀਂ ਹੁੰਦਾ, ਇਹਦੇ 'ਚ ਪਕੜ ਹੁੰਦੀ ਹੈ। ਇਹ ਮੇਰਾ, ਮੇਰੇ ਹੱਥੋਂ ਨਾ ਨਿਕਲ ਜਾਏ, ਇਸ ਨੂੰ ਮੋਹ ਆਖਦੇ ਨੇ।
ਕਈ ਵਾਰੀ ਅਸੀਂ ਲੋਕ ਨਾ ਪਿਆਰ ਤੇ ਮੋਹ ਨੂੰ ਰਲ ਗੱਡ ਜਿਹਾ ਕਰ ਦਿੰਦੇ ਆ। ਇਹਦੇ ਫਰਕ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਕੋਈ ਦੁਨੀਆ ਵਿੱਚ ਬੰਦਾ ਸਾਨੂੰ ਪਿਆਰ ਨਹੀਂ ਕਰਦਾ, ਸਭ ਸਵਾਰਥੀ ਨੇ। ਕਿਸੇ ਵਿਰਲੇ ਨੂੰ ਛੱਡ ਕੇ, ਕਿਸੇ ਵਿਰਲੇ ਨੂੰ, ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਛੱਡ ਕੇ ਸਭ ਸਵਾਰਥੀ ਨੇ। ਪਿਆਰ ਕਰਦੇ ਨੇ ਇਸ ਲਈ ਕਰਦੇ ਨੇ ਕਿ ਉਹਦੇ ਬਦਲੇ ਵਿੱਚ ਸਾਨੂੰ ਵੀ ਕੁਝ ਮਿਲੇਗਾ। ਹੋਰ ਕੋਈ ਮਤਲਬ ਨਹੀਂ ਪਿਆਰ ਕਰਨ ਦਾ। ਇਹ ਸਾਰਾ ਮੋਹ ਹੁੰਦਾ ਜੀ, ਇਹ ਪਿਆਰ ਨਹੀਂ ਹੁੰਦਾ। ਲੋਭ, ਮੋਹ, ਮਾਇਆ, ਮਮਤਾ। ਮਾਇਆ ਦੀ ਮਮਤਾ। ਮਮਤਾ ਦਾ ਮਤਲਬ ਹੁੰਦਾ ਹੈ ਅਪਨੱਤ, ਮਮਤਵ, ਮੇਰਾਪਨ। ਇਹ ਮੇਰਾ ਹੈ, ਇਹ ਮੇਰਾ ਹੈ, ਇਹ ਘਰ ਮੇਰਾ ਹੈ, ਬਾਹਰ ਮੇਰਾ ਹੈ, ਮਾਇਆ ਮੇਰੀ ਹੈ, ਇਹ ਸਰੀਰ ਮੇਰਾ ਹੈ, ਇਹ ਸਭ ਕੁਝ ਮੇਰਾ ਹੈ। ਇਸ ਨੂੰ ਮਮਤਾ ਆਖਦੇ ਨੇ। ਹੁਣ ਦਾ ਮਤਲਬ ਹੈ ਅਤੇ ਵਿਖਿਆਨ ਕੀ ਸੇਵਾ। ਇੱਥੇ ਸੇਵਾ ਦਾ ਮਤਲਬ ਹੈ ਜੀ ਸੇਵਨ ਕਰਨਾ। ਵਿਖਿਆ ਦਾ ਮਤਲਬ ਹੈ ਵਿਸ਼ੇ ਵਿਕਾਰ। ਲੋਭ, ਮੋਹ, ਮਾਇਆ, ਮਮਤਾ, ਫੁਨ ਅਤੇ ਵਿਸ਼ਿਆਂ ਵਿਕਾਰਾਂ ਦਾ ਸੇਵਨ ਕਰਨਾ। ਹਰਖ ਸੋਗ ਪਰਸੈ ਜੇ ਨਾਹਨ ਸੋ ਮੂਰਤ ਹੈ ਦੇਵਾ। ਜਿਹੜਾ ਬੰਦਾ, ਜਿਸ ਬੰਦੇ ਦੇ ਮਨ ਉੱਤੇ ਲੋਭ ਦਾ, ਮੋਹ ਦਾ, ਮਾਇਆ ਦਾ, ਮਮਤਵ ਦਾ ਅਤੇ ਵਿਸ਼ਿਆਂ ਵਿਕਾਰਾਂ ਦੇ ਸੇਵਨ ਤੋਂ ਉਹ ਬਚਿਆ ਹੋਇਆ, ਯਾਨੀ ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਹਰਖ ਮੈਨੇ ਖੁਸ਼ੀ, ਸੋਗ ਮੈਨੇ ਗਮ। ਜਿਨ੍ਹਾਂ ਨੂੰ ਇਹ ਚੀਜ਼ਾਂ ਪਰਸਦੀਆਂ ਨਹੀਂ, ਭਾਵ ਛੂੰਹਦੀਆਂ ਨਹੀਂ, ਉਹਦੇ ਮਨ ਤੇ ਪ੍ਰਭਾਵ ਨਹੀਂ ਪਾਉਂਦੀਆਂ। ਹਰਖ ਸੋਗ ਪਰਸੈ ਜੇ ਨਾਹਨ। ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਰਸਦੀਆਂ, ਸਪਰਸ਼ ਨਹੀਂ ਕਰਦੀਆਂ, ਛੂੰਹਦੀਆਂ ਨਹੀਂ, ਸੋ ਮੂਰਤ ਹੈ ਦੇਵਾ। ਦੇਵਾ ਮੈਨੇ ਇੱਥੇ ਆ ਪਰਮਾਤਮਾ, ਪ੍ਰਕਾਸ਼ ਸਵਰੂਪ ਵਾਹਿਗੁਰੂ। ਉਹ ਤੇ ਬਈ ਉਹਦਾ ਹੀ ਰੂਪ ਹੈ, ਉਹ ਤੇ ਉਹਦੀ ਹੀ ਮੂਰਤ ਹੈ। ਜਿਸ ਬੰਦੇ ਤੇ ਉੱਤੇ ਜਿੰਨੀਆਂ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗਿਣੇ ਨੇ, ਜੇ ਇਹਨਾਂ ਦਾ ਪ੍ਰਭਾਵ ਨਹੀਂ ਕਬੂਲਦਾ ਬੰਦਾ, ਉਹ ਬੰਦਾ ਰੱਬ ਵਰਗਾ ਹੈ। ਇਹ ਮਤਲਬ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਹਿਲੇ ਬੰਦ ਦਾ। ਦੂਸਰਾ ਬੰਦ ਹੈ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ। ਸੁਰਗ ਨਰਕ ਨੂੰ ਜੇ ਸਮਝਣਾ ਹੋਵੇ ਤੇ ਬਹੁਤ ਲੋਕਾਂ ਨੇ ਸਵਰਗ ਦੀ ਆਸ ਰੱਖ ਕੇ ਉਹ ਸਿਮਰਨ ਭਜਨ ਕਰਦੇ ਨੇ, ਉਹ ਬਾਣੀ ਪੜ੍ਹਦੇ ਨੇ, ਉਹ ਹੋਰ ਕਈ ਧਾਰਮਿਕ ਕਾਰੋਬਾਰ ਕੰਮ ਧੰਦੇ ਕਰਦੇ ਨੇ। ਸੁਰਗ ਦੀ ਆਸ ਰੱਖਦੇ ਨੇ ਤੇ ਨਰਕਾਂ ਦਾ ਭੈ ਵੀ ਰੱਖਦੇ ਨੇ ਵੀ ਅਸੀਂ ਨਰਕ ਵਿੱਚ ਨਾ ਕਿਤੇ ਪੈ ਜਾਈਏ, ਨਰਕ ਤੋਂ ਬਚ ਕੇ ਰਹਿਣਾ। ਕਿਉਂਕਿ ਨਰਕ ਦੀਆਂ ਤਸਵੀਰਾਂ ਵਿਖਾਈਆਂ ਨੇ ਸਾਨੂੰ ਲੋਕਾਂ ਨੇ। ਉੱਥੇ ਕਿਵੇਂ ਕੜਾਹੇ ਤਪ ਰਹੇ ਨੇ, ਕਿਵੇਂ ਜੰਮ ਉਹਨਾਂ ਨੂੰ ਪੁੱਠਿਆਂ ਕਰਕੇ ਸੁੱਟ ਰਹੇ ਨੇ ਤੇਲ ਦਿਆਂ ਕੜਾਹਿਆਂ ਵਿੱਚ, ਤੇ ਬੰਦਾ ਉਹਨਾਂ ਤੋਂ ਬਚਣਾ ਚਾਹੁੰਦਾ ਤੇ ਉਹਨਾਂ ਤੋਂ ਬਚੇਗਾ ਤੇ ਕਿਸੇ ਹੋਰ ਪਾਸੇ ਜਾਣ ਦੀ ਆਸ ਰੱਖੇਗਾ। ਉਹ ਆਸ ਹੈ ਸਵਰਗ ਦੀ, ਮੈਂ ਨਰਕਾਂ 'ਚ ਨਾ ਜਾਵਾਂ, ਮੈਂ ਸਵਰਗ ਵਿੱਚ ਚਲਾ ਜਾਵਾਂ। ਲੇਕਿਨ ਭਗਤ ਕਬੀਰ ਸਾਹਿਬ ਨੇ ਬੜਾ ਸੋਹਣਾ ਆਖਿਆ, ਕਵਨ ਨਰਕ ਕਿਆ ਸੁਰਗ ਵਿਚਾਰਾ। ਕੀ ਇਹ ਨਰਕ ਤੇ ਕੀ ਇਹ ਸਵਰਗ, ਇਹ ਕੁਝ ਵੀ ਤੇ ਨਹੀਂ। ਸੰਤਨ ਦੋ ਰਾਦੇ। ਸੰਤਾਂ ਨੇ, ਮਹਾਂਪੁਰਸ਼ਾਂ ਨੇ, ਗੁਰੂਆਂ ਨੇ ਇਹਨਾਂ ਦੋਵਾਂ ਨੂੰ ਹੀ ਰੱਦ ਕਰ ਦਿੱਤਾ। ਉਹ ਕਹਿੰਦੇ ਨੇ ਵੀ ਨਾ ਅਸੀਂ ਸਵਰਗਾਂ ਵਿੱਚ ਜਾਣ ਦੀ ਇੱਛਾ ਰੱਖਦੇ ਹਾਂ ਤੇ ਨਾ ਨਰਕਾਂ ਦੇ ਭੈ ਤੋਂ ਡਰਦੇ ਹਾਂ। ਸਾਨੂੰ ਇਹਦਾ ਡਰ ਵੀ ਕੋਈ ਨਹੀਂ, ਸਾਨੂੰ ਉੱਥੇ ਜਾਣ ਦੀ ਇੱਛਾ ਵੀ ਕੋਈ ਨਹੀਂ। ਇੱਥੋਂ ਤੱਕ ਤੇ ਗੁਰਬਾਣੀ ਆਖਦੀ ਹੈ ਜੀ, ਮੁਕਤ ਬਪੜੀ ਵੀ ਗਿਆਨੀ ਤਿਆਗੈ। ਮੁਕਤੀ ਨੂੰ ਵੀ ਉਹ ਲੋਕ ਤਿਆਗ ਦਿੰਦੇ ਨੇ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਨੇ। ਉਹ ਨਾ ਨਰਕਾਂ ਤੋਂ ਡਰਦੇ ਨੇ, ਨਾ ਸਵਰਗਾਂ 'ਚ ਜਾਣਾ ਚਾਹੁੰਦੇ ਨੇ। ਉਹ ਕੀ ਸੋਚਦੇ ਨੇ? ਭਿਸਤ ਨਜ਼ੀਕ ਰਾਖ ਰਹਿ ਮਾਨਾ। ਉਹਨਾਂ ਦਾ ਵਿਚਾਰ ਹੈ ਕਿ ਰੱਬ ਜੀ ਦੇ ਨੇੜੇ ਰਹਿਣਾ ਹੀ ਬਹਿਸ਼ਤ ਹੈ। ਉਹ ਆਪਾਂ ਕਿਤੇ ਵੀ ਰਹੀਏ, ਉਹਦਾ ਨਾਮ ਜਪਦੇ ਰਹੀਏ, ਹਰ ਕੋ ਨਾਮ ਸਿਮਰਦੇ ਰਹੀਏ, ਬਸ ਇਹੋ ਹੀ ਬਹਿਸ਼ਤ ਹੁੰਦਾ ਹੈ। ਤੇ ਇਸ ਰੱਬ ਦੇ ਨੇੜੇ ਰਹਿਣਾ ਬਹਿਸ਼ਤ ਵਿੱਚ ਰਹਿਣ ਦੇ ਸਮਾਨ ਹੈ।
ਉਹਨਾਂ ਨੂੰ ਨਾ ਨਰਕਾਂ ਦਾ ਡਰ ਦੁਖੀ ਕਰਦਾ ਹੈ ਤੇ ਨਾ ਉਹਨਾਂ ਨੂੰ ਸਵਰਗ ਜਾਣ ਦੀ ਇੱਛਾ ਪਰੇਸ਼ਾਨ ਕਰਦੀ ਹੈ। ਬਸ ਉਹ ਤੇ ਰੱਬ ਜੀ ਦੇ ਨੇੜੇ ਰਹਿਣਾ ਚਾਹੁੰਦੇ ਨੇ। ਉਹਨਾਂ ਨੂੰ ਨਾ ਮੁਕਤੀ ਦੀ ਲੋੜ ਹੈ, ਨਾ ਕਿਸੇ ਜੁਗਤੀ ਦੀ ਲੋੜ ਹੈ। ਇੱਕੋ ਹੀ ਜ਼ਰੂਰਤ ਹੈ ਕਿ ਹੇ ਮੇਰੇ ਮਾਲਕ, ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖੀ, ਤੇਰੇ ਚਰਨਾਂ ਤੋਂ ਮੈਂ ਕਦੀ ਦੂਰ ਨਾ ਹੋ ਜਾਵਾਂ। ਬਸ ਇੰਨੀ ਕੁ ਗੱਲ ਉਹਨਾਂ ਦੇ ਮਨ ਵਿੱਚ ਹਰ ਵਕਤ ਰਹਿੰਦੀ ਹੈ। ਕਬੀਰ ਸਾਹਿਬ ਆਖਦੇ ਨੇ, ਇਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਇਹਨਾਂ ਦੋਵਾਂ ਥਾਵਾਂ ਨੂੰ ਰੱਦ ਕਰ ਦਿੱਤਾ ਹੋਇਆ ਹੈ। ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਪ੍ਰਸਾਦੇ ਦਾ ਮਤਲਬ ਹੁੰਦਾ ਜੀ ਕਿਰਪਾ ਨਾਲ। ਆਪਣੇ ਗੁਰੂ ਦੀ ਕਿਰਪਾ ਨਾਲ ਸਾਨੂੰ ਇਹਨਾਂ ਦੋਵਾਂ ਚੀਜ਼ਾਂ ਦੀ ਕੋਈ ਕਾਣ ਨਹੀਂ ਰਹੀ, ਕੋਈ ਮੁਥਾਜੀ ਨਹੀਂ ਰਹੀ, ਅਸੀਂ ਇਹਨਾਂ ਦੇ ਗੁਲਾਮ ਨਹੀਂ ਰਹੇ। ਇਹ ਗੱਲ ਕਬੀਰ ਸਾਹਿਬ ਨੇ ਆਖੀ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੀ ਆਖਦੇ ਨੇ? ਸੁਰਗ ਨਰਕ, ਸਵਰਗ ਅਤੇ ਨਰਕ, ਅੰਮ੍ਰਿਤ ਅਤੇ ਬਿਖ ਦਾ ਮਤਲਬ ਵਿਸ਼, ਵਿਸ਼ ਮੈਨੇ ਜ਼ਹਿਰ। ਇਹ ਜਿੰਨੀਆਂ ਚੀਜ਼ਾਂ ਨੇ ਨਾ ਜੀ, ਇਹ ਇੱਕ ਚੀਜ਼ ਹੁੰਦੀ ਹੈ। ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਦੋ ਦੋ ਚੀਜ਼ਾਂ ਨਹੀਂ ਹਨ। ਨਾ ਸੁਰਗ ਨਰਕ ਦੋ ਚੀਜ਼ਾਂ ਨੇ, ਨਾ ਅੰਮ੍ਰਿਤ ਜ਼ਹਿਰ ਦੋ ਚੀਜ਼ਾਂ ਨੇ। ਇੱਕੋ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਜਿਵੇਂ ਅਸੀਂ ਇੱਕ ਸਿੱਕਾ ਲਈਏ ਤੇ ਅਸੀਂ ਮੰਨ ਲੈਂਦੇ ਹਾਂ ਇੱਕ ਸਿੱਕੇ ਦਾ ਸਿੱਧਾ ਪਾਸਾ ਹੈ, ਤੇ ਅਸੀਂ ਮੰਨ ਲੈਂਦੇ ਹਾਂ ਇਹ ਸਿੱਕੇ ਦਾ ਪੁੱਠਾ ਪਾਸਾ ਹੈ। ਇੱਕੋ ਹੀ ਸਿੱਕਾ ਹੈ, ਦੋ ਨਹੀਂ ਹਨ। ਇਹ ਸਾਰੀਆਂ ਚੀਜ਼ਾਂ ਇੱਕੋ ਹੀ ਨੇ, ਲੇਕਿਨ ਇਹਨਾਂ ਦੇ ਪਹਿਲੂ ਦੋ ਹੁੰਦੇ ਨੇ। ਕਿਸੇ ਚੰਗੀ ਜਗ੍ਹਾ ਤੇ ਸਾਡਾ ਰਹਿਣ ਬਸੇਰਾ ਹੋ ਜਾਏ ਤੇ ਅਸੀਂ ਕਹਿੰਦੇ ਅੱਜ ਦੀ ਰਾਤ ਤੇ ਅਸੀਂ ਸਵਰਗਾਂ ਵਿੱਚ ਕੱਟੀਏ। ਕਦੀ ਅਸੀਂ ਕਿਸੇ ਦੁੱਖ ਦੀ ਘੜੀ ਚੋਂ ਲੰਘ ਰਹੇ ਹੋਈਏ, ਹਸਪਤਾਲ ਬੰਦਾ ਬੈਠਾ ਹੋਵੇ ਜਾਂ ਕਿਸੇ ਮਰੀਜ਼ ਦੇ ਕੋਲ ਬੈਠਾ ਹੋਵੇ ਜਿਹੜਾ ਸਾਰੀ ਰਾਤ ਹਾਏ ਹਾਏ ਕਰਦਾ ਰਿਹਾ ਹੋਵੇ, ਤੇ ਅਸੀਂ ਕਹਿੰਦੇ ਅੱਜ ਦੀ ਰਾਤ ਤੇ ਅਸੀਂ ਨਰਕ ਵਿੱਚ ਕੱਟੀਏ। ਇਹ ਸਾਡੇ ਮਨ ਦੀਆਂ ਹੀ ਹਾਲਤਾਂ ਨੇ ਜੀ ਦੋ। ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨਹੀਂ ਹਨ। ਸਾਡੇ ਮਨ ਦੀਆਂ ਦੋ ਹਾਲਤਾਂ ਨੇ, ਸਵਰਗ ਤੇ ਨਰਕ। ਇਸੇ ਤਰ੍ਹਾਂ ਅੰਮ੍ਰਿਤ ਤੇ ਜ਼ਹਿਰ, ਇਹ ਵੀ ਇੱਕੋ ਹੀ ਚੀਜ਼ ਦੇ ਦੋ ਨਾਂ ਨੇ। ਮੈਂ ਪਿੱਛੇ ਜੇ ਇੱਕ ਵਾਰੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ। ਅਸੀਂ ਕਹਿੰਦੇ ਹਾਂ ਗਰਮੀ ਅਤੇ ਸਰਦੀ। ਗਰਮੀ ਤੇ ਸਰਦੀ ਦੋ ਚੀਜ਼ਾਂ ਨਹੀਂ ਹੁੰਦੀਆਂ, ਇੱਕੋ ਹੀ ਚੀਜ਼ ਹੁੰਦੀ ਹੈ। ਤਾਪਮਾਨ ਦਾ ਇੱਕ ਖਾਸ ਡਿਗਰੀ ਤੋਂ ਉੱਤੇ ਚਲਾ ਜਾਣਾ ਗਰਮੀ ਅਖਵਾਉਂਦਾ ਹੈ, ਤੇ ਕਿਸੇ ਉਸੇ ਹੀ ਖਾਸ ਡਿਗਰੀ ਤੋਂ ਥੱਲੇ ਡਿੱਗ ਪੈਣਾ ਉਹ ਸਰਦੀ ਅਖਵਾਉਂਦਾ ਹੈ। ਤਾਪਮਾਨ ਇੱਕੋ ਹੀ ਹੈ। ਉਹ ਇਸ ਤੋਂ ਥੱਲੇ ਚਲਾ ਗਿਆ ਤੇ ਸਰਦੀ ਬਣ ਗਿਆ, ਇਸ ਤੋਂ ਉੱਤੇ ਚਲਾ ਗਿਆ ਤੇ ਗਰਮੀ ਬਣ ਗਿਆ। ਇਹ ਦੋ ਚੀਜ਼ਾਂ ਨਹੀਂ ਹਨ, ਇੱਕੋ ਹੀ ਚੀਜ਼ ਦੇ ਦੋ ਨਾਂ ਨੇ। ਉਹਨਾਂ ਦੀ ਹਾਲਤ ਬਦਲਦੀ, ਉਹਨਾਂ ਦੀ ਅਵਸਥਾ ਬਦਲਦੀ ਏ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਸੁਰਗ ਨਰਕ ਅੰਮ੍ਰਿਤ ਤੇ ਜ਼ਹਿਰ ਇਹ ਸਭ ਤਿਉ ਕੰਚਨ ਅਰ ਪੈਸਾ। ਕੰਚਨ ਮੈਨੇ ਸੋਨਾ, ਪੈਸਾ ਮੈਨੇ ਇੱਥੇ ਹੈ ਤਾਂਬਾ। ਪਹਿਲਾਂ ਨਾ ਸਿੱਕੇ ਤਾਂਬੇ ਦੇ ਹੋਇਆ ਕਰਦੇ ਸਨ ਉਸ ਵਕਤ ਜਦੋਂ ਗੁਰੂਆਂ ਦਾ ਵੇਲਾ ਸੀ। ਕੰਚਨ ਅਤੇ ਤਾਂਬਾ, ਉਸਤਤ ਅਤੇ ਨਿੰਦਾ, ਇਹ ਸਮ ਜਾਕੈ ਲੋਭ ਮੋਹ ਫੁਨ ਤੈਸਾ। ਜਿਹਦੇ ਵਾਸਤੇ ਇਹ ਲੋਭ ਮੋਹ, ਉਸਤਤ ਨਿੰਦਾ, ਸਵਰਗ ਨਰਕ, ਅੰਮ੍ਰਿਤ ਵਿਸ਼, ਸੋਨਾ ਚਾਂਦੀ, ਲੋਹਾ ਤਾਂਬਾ, ਜਿਨ੍ਹਾਂ ਵਾਸਤੇ ਭਾਈ ਇਹ ਸਭ ਕੁਛ ਇੱਕੋ ਜਿਹਾ ਹੁੰਦਾ ਹੈ, ਉੱਤੇ ਆਖਿਆ ਸੀ ਸੋ ਮੂਰਤ ਹੈ ਦੇਵਾ। ਉਹ ਪਰਮਾਤਮਾ ਸਵਰੂਪ ਲੋਕ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਮਨ ਉੱਤੇ ਇਹ ਚੀਜ਼ਾਂ ਪ੍ਰਭਾਵ ਨਹੀਂ ਪਾਉਂਦੀਆਂ। ਸੋ ਅੱਜ ਨਾ ਜੀ ਸਮਾਂ ਹੋ ਗਿਆ। ਆਪਾਂ ਹੁਣ ਜਿਹੜੀ ਅਗਲੀ ਵਿਚਾਰ ਏ ਇਸੇ ਹੀ ਬੰਦ ਨੰਬਰ 2 ਤੋਂ ਸ਼ੁਰੂ ਕਰਾਂਗੇ। ਤੇ ਅਗਲਾ ਜਿਹੜਾ ਐਤਵਾਰ ਹੋਣਾ ਹੈ ਆਪਣਾ ਉਹ ਗੁਰਬਾਣੀ ਸਿਰਲੇਖਾਂ ਦਾ ਹੁੰਦਾ ਹੈ, ਲੇਕਿਨ ਅੱਜ ਅਸੀਂ ਸ਼ਬਦ ਵਿੱਚ ਛੱਡ ਦਿੱਤਾ, ਇਸ ਲਈ ਮੈਂ ਅਗਲਾ ਜਿਹੜਾ ਐਤਵਾਰ ਏ ਇੱਥੋਂ ਹੀ ਸ਼ੁਰੂ ਕਰਾਂਗਾ। ਤੇ ਸਿਰਲੇਖਾਂ ਦੀ ਫਿਰ ਉਸ ਤੋਂ ਅਗਲੇ ਐਤਵਾਰ ਗੁਰੂ ਮਹਾਰਾਜ ਸਮਾਂ ਬਖਸ਼ਣਗੇ ਤੇ ਆਪਾਂ ਵਿਚਾਰ ਕਰਾਂਗੇ। ਤੇ ਆਪਾਂ ਨੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ, ਕਿਉਂਕਿ ਦੋ ਸ਼ਬਦ ਨੇ ਇਕੱਠੇ, ਸ਼ਬਦ ਨੰਬਰ 6 ਤੇ ਸ਼ਬਦ ਨੰਬਰ 7, ਜਿਨ੍ਹਾਂ ਵਿੱਚ ਗੁਰੂ ਜੀ ਨੇ ਆਖਿਆ ਵੇਦ ਪੁਰਾਣ ਪੜ੍ਹਨ ਦਾ ਕੀ ਲਾਭ ਏ
ਜੇ ਅਸੀਂ ਹਰੀ ਦਾ ਨਾਮ ਨਹੀਂ ਸਿਮਰਦੇ ਤਾਂ। ਸੋ ਅਗਲੀ ਵਿਚਾਰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ, ਉਹਨਾਂ ਨੂੰ ਪ੍ਰਵਾਨ ਕਰਨਾ। ਆਪ ਸਾਰਿਆਂ ਦਾ ਅਤੀ ਧੰਨਵਾਦੀ ਹਾਂ। ਤੁਸੀਂ ਬੜੇ ਪਿਆਰ ਨਾਲ ਬਹਿ ਕੇ ਗੁਰੂ ਕੇ ਬਚਨ ਸ਼ਰਵਣ ਕੀਤੇ ਨੇ। ਮੇਰੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।